ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਚੌਥਾ। ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਦਮ ਮਤ ਪ੍ਰਭ ਅੰਤਰਜਾਮੀ, ਜਿਉ ਪ੍ਰੇਰੇ ਤਿਉ ਕਰਨਾ। ਉਦਮ ਮਤ ਪ੍ਰਭ ਅੰਤਰਜਾਮੀ, ਜਿਉ ਪ੍ਰੇਰੇ ਤਿਉ ਕਰਨਾ। ਜਿਉ ਨਟੁਆ ਤੰਤ ਵਜਾਏ ਤੰਤੀ, ਤਿਉ ਵਾਜੈ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ। ਹਰ ਹਿਰਦੈ ਹਰ ਬਸਨਾ ਰਹਾ। ਮਾਇਆ ਗ੍ਰਸਥ ਪ੍ਰਮਤ ਹੈ ਪ੍ਰਾਨੀ, ਰਖ ਲੇਵੋ ਜਨ ਆਪਣਾ। ਜਿਉ ਪ੍ਰਹਿਲਾਦ ਹਰਨਾਕਸ਼ ਗ੍ਰਸਿਓ, ਹਰ ਰਾਖਿਓ ਹਰ ਸਰਨਾ। ਕਵਨ ਕਵਨ ਕੀ ਗਤ ਮਿਤ ਕਹੀਐ, ਹਰ ਕੀਏ ਪਤਿਤ ਪਵਨਾ। ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਧਰਿਓ ਪਰਿਓ ਸ਼ਰਨਾ। ਪ੍ਰਭ ਦੀਨ ਦਇਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ। ਹਰ ਦਾਸਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸ ਦਾਸਨਾ। ਪ੍ਰਭ ਦੀਨ ਦਇਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ। ਹਰ ਦਾਸਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸ ਦਾਸਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦੀਆਂ ਘੜੀਆਂ ਅਸੀਂ ਮਾਣ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਰਾਗ ਬਿਲਾਵਲ ਇਹ ਤੇ ਚੱਲ ਹੀ ਰਿਹਾ ਹੈ। ਬੀਤੇ 'ਚ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਾਰਨ ਕੀਤੇ ਗਏ ਬਚਨਾਂ ਨੂੰ ਵਿਚਾਰਦੇ ਸੀ। ਅੱਜ ਤੋਂ ਬਾਣੀਕਾਰ ਬਦਲ ਰਹੇ ਨੇ, ਸੋ ਜੋ ਟਾਈਟਲ ਆ ਉਹ ਹੈਗਾ ਰਾਗ ਬਿਲਾਵਲ ਮਹਲਾ ਚੌਥਾ। ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਬਚਨਾਂ ਨੂੰ ਉਚਾਰਨ ਕਰਨ ਵਾਲੇ ਨੇ। ਘਰ ਤੀਜਾ ਇਹਦਾ ਸੰਬੰਧ ਗਾਇਨ ਕਲਾ ਦੇ ਨਾਲ ਹੈ। ਹਿਦਾਇਤ ਇਹ ਹੈ ਕਿ ਜਦੋਂ ਮੈਲੋਡੀਅਸ ਜਿਹੜੇ ਨੋਟਸ ਹੁੰਦੇ ਨੇ, ਜਿਹਨੂੰ ਅਸੀਂ ਸੁਰ ਕਹਿੰਦੇ ਹਾਂ, ਸੁਰ ਮੁਜਬ ਬਿਲਾਵਲ ਗਾਇਆ ਜਾਏਗਾ ਤਾਂ ਰਿਦਮ ਥਾਪ ਤਾਲ ਗੋਚਰੇ ਤੀਸਰੇ ਘਰ ਨੂੰ ਪ੍ਰਯੋਗ ਵਿੱਚ ਲਿਆਉਣਾ ਹੈ। ਅੱਗੇ ਇਸ਼ਟ ਦਾ ਮੰਗਲ ਹੈ। ਮੂਲ ਮੰਤਰ ਦਾ ਸੰਕਸ਼ਿਪਤ ਸਰੂਪ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਂਕਾਰ ਹੈ, ਅਵਿੱਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ। ਇਸ ਸਰਗੁਣ ਨਿਰਗੁਣ ਜੋ ਸਭ ਕਾਸੇ ਦੇ ਵਿੱਚ ਵਿਦਮਾਨ ਮੌਜੂਦ ਆ, ਉਸ ਕਾਇਨਾਤ ਸਿਰਜਣਹਾਰ ਕਰਤੇ ਕਰਤਾਰ ਦੀ ਸਿੱਧੀ, ਇੰਝ ਕਹਿ ਲਓ ਕਿ ਅਸੀਂ ਉਹਦੇ ਬਾਬਤ ਆਪਣੀ ਕੌਂਸ਼ੀਅਸ ਦੇ ਲੈਵਲ 'ਤੇ ਐਕਸਪੀਰੀਅੰਸ ਕਰਨ ਵਾਸਤੇ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਉਹਦੀ ਨਵਾਜ਼ਿਸ਼ ਨਾਲ ਜੋ ਓਮਨੀ ਪ੍ਰੈਜ਼ੈਂਟ ਉਹ ਐਗਜ਼ਿਸਟੈਂਸ ਹੈ, ਉਹ ਓਂਕਾਰ, ਉਹਦਾ ਅਹਿਸਾਸ ਸਾਡੀ ਸੁਰਤ ਲਏਗੀ। ਇਹ ਇਹਦੇ ਮਾਇਨੇ ਬਣਦੇ ਨੇ। ਅੱਗੇ ਬਚਨ ਹੈ,
ਰਹਾਉ ਦੇ ਪਦੇ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਮਹਾਰਾਜ ਬਿਆਨ ਕਰਦੇ ਨੇ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ ਰਹਾਉ। ਜਪ ਮਨ ਰਾਮ ਨਾਮ ਰਸਨਾ। ਗੁਰਬਾਣੀ ਵਿੱਚ ਅਕਸਰ ਅਸੀਂ ਜਦੋਂ ਕੱਲੇ ਕੱਲੇ ਵਰਡ ਨੂੰ ਪਿਕ ਕਰਕੇ ਉਸ ਨੂੰ ਪ੍ਰੋਪਰ ਗ੍ਰਾਮੈਟਿਕਲੀ ਉਹਦੇ ਪਾਰਟ ਆਫ ਸਪੀਚ ਦੀ ਜਿਹੜੀ ਉਹਦੀ ਕੈਟੇਗਰੀ ਹੈ ਉਹਦੇ ਵਿੱਚ ਜਾ ਕੇ ਦੇਖਦੇ ਹਾਂ, ਅਤੇ ਕਈ ਵਾਰ ਚੀਜ਼ਾਂ ਜ਼ਿਆਦਾ ਸਾਫ਼ ਗੋਈ ਨਾਲ ਸਮਝ ਆਉਂਦੀਆਂ ਨੇ। ਸੱਚ ਐਜ਼ ਜਿਵੇਂ ਐਗਜ਼ਾਮਪਲ ਪਾਵਾਂ, ਸ਼ਬਦ ਜਪ ਹੈ, ਅਸੀਂ ਅਕਸਰ ਇਹਦੇ ਬਾਬਤ ਗੱਲ ਕਰਦੇ ਹਾਂ। ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਅਸੀਂ ਸਤਿਕਾਰ ਵਜੋਂ ਜਪਜੀ ਸਾਹਿਬ ਕਹਿੰਦੇ, ਉਹਦਾ ਸਿਰਨਾਮਾ ਜਪ ਹੈ। ਜੇ ਅਸੀਂ ਪੁਰਾਣੀਆਂ ਲਿਖਤਾਂ 'ਚ ਪੜ੍ਹੋਗੇ ਤਾਂ ਉਹਦਾ ਸਿਰਨਾਮਾ ਤਤਕਰੇ ਦੇ ਵਿੱਚ ਜਪ ਨਿਸ਼ਾਨ ਆਏਗਾ। ਇਹ ਮੌਲਿਕ ਰੂਪ ਵਿੱਚ ਬਾਤ ਹੈ। ਜਪ ਸਪੈਲ ਹੋਇਆ ਜੱਜਾ ਆ, ਪੱਪਾ ਆ, ਜਿਵੇਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਸਹਿਬੰਗ ਗੁਰ ਪ੍ਰਸਾਦ, ਅੱਗੇ ਲਫ਼ਜ਼ ਹੁੰਦਾ ਜਪ, ਅਗਲੀ ਬਾਣੀ ਦਾ ਸਿਰਨਾਮ ਹੈ ਜੱਜਾ ਪੱਪਾ, ਪੱਪੇ ਥੱਲੇ ਔਂਕੜ। ਪਾਰਟ ਆਫ ਸਪੀਚ ਦੇ ਤੌਰ 'ਤੇ ਉਹ ਮੈਸਕੂਲਨ ਹੈ, ਉਹ ਸਿੰਗੂਲਰ ਆ, ਅਤੇ ਨਾਲ ਉਹ ਪੁਲਿੰਗ ਮੈਸਕੂਲਨ ਜੈਂਡਰ ਹੈ, ਸਿੰਗੂਲਰ ਹੈਗਾ, ਨਾਊਨ ਹੈਗਾ। There are three conditions it is fulfilling. Mean number one is noun, number 2 is actually pulling, ਜਿਹਨੂੰ ਅਸੀਂ ਖਾਸ ਕਰਕੇ ਮੈਸਕੂਲਨ ਜੈਂਡਰ ਦੇ ਤੌਰ 'ਤੇ ਦੇਖਦੇ ਹਾਂ, ਐਂਡ ਥਰਡ ਵਨ ਇਜ਼ ਸਿੰਗੂਲਰ, ਇੱਕ ਵਚਨ ਹੈ। ਤਿੰਨ ਕੰਡੀਸ਼ਨਸ ਪੂਰੀਆਂ ਹੋ ਗਈਆਂ, ਉਹਦੇ ਪੈਰ ਥੱਲੇ ਔਂਕੜ ਲੱਗ ਗਈ। ਸੋ ਪਾਰਟ ਆਫ ਸਪੀਚ ਵਿੱਚ ਉਹ ਨਾਊਨ ਐਕਟ ਕਰ ਰਿਹਾ ਹੈ। ਥੋੜ੍ਹਾ ਅੱਗੇ ਆ ਜਾਈਏ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਓ। ਅਗੇਨ that word is acting as a noun, but now this noun is not singular, this is plural. ਹੁਣ ਉਹ ਪਲੂਰਲ ਦੇ ਤੌਰ 'ਤੇ ਕੰਮ ਕਰ ਰਿਹਾ, ਇਸ ਕਰਕੇ ਪੱਪਾ ਉਹਦਾ ਮੁਕਤਾ ਆ ਗਿਆ। ਜਿਵੇਂ ਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਪੜ੍ਹਦੇ ਹੈਗੇ ਆ, ਜਿਹਦੇ 'ਚ ਮਹਾਰਾਜ ਬਿਆਨ ਕਰਦੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਪਿਆਈਏ ਨਿਤ ਆਈਏ ਹਰ ਪੁਰਖ ਨਿਰੰਜਨਾ, ਇੱਛਾ ਪੁਰਖ ਸਰਬ ਸੁਖ ਦਾਤਾ, ਹਰ ਜਾਂ ਕੇ ਵਸੈ ਕਾਮ ਤੇਨਾ, ਸੋ ਐਸਾ ਹਰ ਧਿਆਈਆ ਮੇਰਾ ਜੀੜ ਹੈ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਆਪਣੇ ਹੁਕਮਨਾਮੇ ਦਾ ਸ਼ਬਦ ਕਦੀ ਸਰਵਨ ਕੀਤਾ ਹੋਏਗਾ, ਉਹਦੇ 'ਚ ਜਿਹੜਾ ਮੇਨ ਮੈਸੇਜ ਵਾਲਾ ਪਦਾ ਆ, ਜਪ ਮਨ ਸਤਨਾਮ ਸਦਾ ਸਤਨਾਮ। ਉੱਥੇ ਵੀ ਜੱਜਾ ਪੱਪਾ, ਪਰ ਹੁਣ ਸਪੈਲ ਪੱਪੇ ਨੂੰ ਸਿਹਾਰੀ ਆ ਰਹੀ ਹੈ ਉੱਥੇ। ਜਦੋਂ ਅਸੀਂ ਪਾਰਟ ਆਫ ਸਪੀਚ ਜਾਂਦੇ ਹਾਂ, ਫਿਰ ਪਤਾ ਲੱਗਦਾ ਹੈ ਇਟਸ ਏ ਵਰਬ, ਇਟਸ ਨੋਟ ਏ ਨਾਊਨ। ਨਾਓ ਟੋਟਲੀ ਉਹਦੀ ਕੈਟੇਗਰੀ ਬਦਲ ਗਈ। ਸੋ ਵਰਬ ਦਾ ਮਤਲਬ ਕਿਰਿਆ ਹੈ, ਕਿਰਿਆਵਾਚੀ ਸ਼ਬਦ ਆ। ਸੋ ਇੱਥੇ ਬਾਬਾ ਜਿਹੜਾ ਅੱਜ ਸ਼ਬਦ ਲਿਖਿਆ ਜਪ ਮਨ ਰਾਮ ਨਾਮ ਰਸਨਾ, ਇਹ ਵੀ ਕਿਰਿਆਵਾਚੀ ਸ਼ਬਦ ਆ। ਇਹਦੇ 'ਚ ਜਿਹੜਾ ਸੰਬੋਧਨ ਆ ਉਹ ਹੈ ਮਨ ਨੂੰ, ਮਨ ਦਾ ਨੰਨਾ ਮੁਕਤਾ ਹੈ। ਕਿਹਾ ਗਿਆ, ਹੇ ਮੇਰੇ ਮਨ, ਸ਼ਬਦ ਹੈ ਜਪ ਮਨ ਰਾਮ ਨਾਮ ਰਸਨਾ। ਹੇ ਮੇਰੇ ਮਨ, ਰਸਨਾ ਦੇ ਨਾਲ ਆ ਕਿਰਿਆ ਕਰ, ਜਪਣਾ ਕਰ। ਹੁਣ ਇਹ ਲਿਟਰਲੀ ਤੌਰ 'ਤੇ ਗੱਲ ਕਹੀ ਜਾ ਰਹੀ ਹੈ। ਇਹਦੇ 'ਚ ਦੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਸੇਜ ਅਸੀਂ ਦੇਖ ਲੈ, ਨਾਲ ਨਾਲ ਪੈਰਲਰ ਦੇਖਾਂਗੇ। ਇੱਕ ਤਾਂ ਇਹ ਹੈ ਕਿ ਗੁਰਬਾਣੀ ਇਹ ਕਹਿੰਦੀ ਏ ਹਿਪੋਕ੍ਰੇਸੀ ਲਈ ਕੋਈ ਜਗ੍ਹਾ ਨਹੀਂ ਗੀ, ਕਿਉਂਕਿ ਬੰਦਾ ਸਪੋਜ਼ ਮੈਂ ਹੀ ਹਾਂ, ਮੂੰਹ ਤੋਂ ਗੱਲਾਂ ਕੁਝ ਹੋਰ ਕਰਦਾ, ਜੀਵਨ ਵਿਹਾਰ ਦੇ 'ਚ ਉਹਦਾ ਕੋਈ ਪ੍ਰਭਾਵ ਨਹੀਂ ਹੈਗਾ, ਅਲਟੀਮੇਟਲੀ ਗਰਕ ਹੋ ਜਾਵਾਂਗਾ। ਅਤੇ ਇਕੱਲਾ ਆਪ ਨਹੀਂ ਗਰਕ ਹੋਵਾਂਗਾ, ਸੋਸਾਇਟੀ ਨੂੰ ਵੀ ਗਰਕ ਕਰ ਜਾਵਾਂਗਾ। that is this is actually you can say outcome of that hypocrisy. ਬਾਣੀ ਕਹਿ ਰਹੀ ਹੈ ਅਡੰਬਰ ਪਖੰਡ, ਇਹਨਾਂ ਚੀਜ਼ਾਂ 'ਚੋਂ ਕੁਝ ਨਹੀਂ ਨਿਕਲਣ ਵਾਲਾ। ਬੰਦੇ ਓਨੈਸਟ ਹੋ ਜਾ, ਦਿਆਨਤਦਾਰ ਹੋ ਜਾ। ਹੁਣ ਇੱਕ ਚੀਜ਼ ਇਹ ਆ ਗਈ, ਇਹਦੇ 'ਚ ਖਾਸ ਰੂਪ ਦੇ ਵਿੱਚ ਅਸੀਂ ਜਿਹਦੇ ਜਿਵੇਂ ਬਚਨ ਪੜ੍ਹੀਏ, ਹਰ ਹਰ ਕਰੈਂ ਨਿਤ ਕਪਟ ਕਮਾਵੈ। ਮੈਂ ਮੂੰਹ ਤੋਂ ਹਰੀ ਹਰੀ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰੀ ਜਾਨਾ, ਅੰਦਰ ਸਵਾਏ ਕਪਟ ਤੋਂ ਕੁਝ ਹੋਰ ਹੈ ਹੀ ਨਹੀਂ। ਇੱਕੋ ਹੀ ਬਿਰਤੀ ਪਈ ਅੰਦਰ, ਸਮਾਜ ਨੂੰ ਲੁੱਟਣਾ ਆ, ਸਮਾਜ ਦਾ ਕੁਝ ਨੁਕਸਾਨ ਕਰਨਾ ਆ, ਕੁਝ ਦੁਸ਼ਟ ਬਿਰਤੀ, ਦੋਜ਼ ਕਾਈਂਡ ਆਫ ਐਕਚੁਅਲੀ ਥਿੰਗਸ ਆਰ ਗੋਇੰਗ ਔਨ ਇਨਸਾਈਡ। ਬਾਬਾ ਜੀ ਸਿੰਘ ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸੁਧ ਨਾ ਹੋਈ, ਤੇਰੇ ਅੰਦਰ ਦੀ ਸ਼ੁੱਧਤਾ ਨਹੀਂ ਆਉਣੀ। ਯੂ ਵੋਂਟ ਬੀ ਏਬਲ ਟੂ ਇੰਜੋਏ ਯੂਰ ਇਨਰ ਕਲਿੰਜਿੰਗ ਐਟ ਆਲ। ਕਿਉਂ ਕਰ ਰਿਹਾ ਹੈ? ਇੱਕ ਤੇ ਇਹ ਚੀਜ਼ ਆ, ਇਹਨੂੰ ਵੇਖ ਕੇ ਕਈ ਵਾਰੀ ਬੰਦਾ ਸੋਚਦਾ ਆ ਕੀ ਫਾਇਦਾ ਫਿਰ,
ਇਹਨੂੰ ਜੇ ਵੈਗਰੂ ਵੈਗਰੂ ਕਰਨਾ ਹੈ, ਰੱਬ ਰੱਬ ਹੀ ਕਰਨਾ ਹੈ, ਤੇ ਦੂਜੇ ਪਾਸੇ ਇਹੋ ਜਿਹੇ ਕੰਮ ਕਰ ਰਹੇ, ਛੱਡ ਦਿਓ ਵੈਗਰੂ ਵੈਗਰੂ ਕਰਨਾ। ਆਪਾਂ ਇਹਨੂੰ ਇਸ ਤਰ੍ਹਾਂ ਵੀ ਕਹਿ ਦਈਏ, ਬੱਚਾ ਸਕੂਲ ਜਾਂਦਾ, ਫੇਲ ਹੋ ਜਾਂਦਾ, ਪੂਰਾ ਸਾਲ ਮਾਮ ਨੇ ਸਵੇਰੇ ਉੱਠਣਾ, ਉਹਦੇ ਲਈ ਖਾਣਾ ਬਣਾਉਣਾ, ਉਹਦੀ ਡਰੈਸ ਜਿਹੜੀ ਹੈਗੀ ਉਹ ਧੋ ਕੇ ਪ੍ਰੈਸ ਕਰਕੇ ਉਹਨੂੰ ਪਵਾਉਣੀ, ਫਾਦਰ ਨੇ ਆਲ ਦਾ ਵੇ ਸਕੂਲ ਜਾਣਾ, ਡਰੋਪ ਕਰਨਾ, ਸ਼ਾਮ ਨੂੰ ਚੱਕਣਾ, ਟਾਈਮ ਨਾਲ ਸੌਣਾ, ਸਾਰਾ ਸਕੈਜੂਲ ਉਹਦੇ ਮੁਤਾਬਕ ਬਣਾਇਆ। 3-4 ਮਹੀਨੇ ਦਾ ਸਮੈਸਟਰ ਹੁੰਦਾ ਇੱਥੇ, ਸਪੋਜ਼ ਸਾਲ ਨਾ ਵੀ ਲਵੋ, 4 ਮਹੀਨੇ ਬਾਅਦ ਰਿਪੋਰਟ ਕਾਰਡ ਆਇਆ, ਫੇਲ, 0 0 0 0। ਤੁਸੀਂ ਕੀ ਸੋਚਦੇ ਹੋ ਫੈਮਿਲੀ ਕੀ ਕਹੇਗੀ? ਡੈਫੀਨੇਟਲੀ ਮੂੰਹ ਚੋਂ ਨਿਕਲੇਗਾ ਕਿ ਭਾਈ ਤੂੰ ਨਾ ਇੱਕ ਕੰਮ ਕਰ, ਛੱਡ ਦੇ, ਤੂੰ ਤੇਰਾ ਕੋਈ ਫਾਇਦਾ ਨਹੀਂ ਹੈਗਾ। ਸੋ ਇਨ ਡੀਪ ਲੈਵਲ ਤੇ ਸੋਚ ਕੇ ਦੇਖਿਓ, ਡੂ ਫੈਮਿਲੀ ਰੀਅਲੀ ਐਕਚੁਅਲੀ ਮੀਨ ਇਟ that they want him or her to drop the school? No. Actually ਉਹ ਇਹ ਕਹਿਣਾ ਚਾਹ ਰਹੀ ਹੈ ਉਸਨੂੰ ਕਿ ਭਲੇ ਬੰਦੇ એનર્ਜੀ ਕਿਉਂ ਵੇਸਟ ਕਰ ਰਹੇ ਹੈ, ਸਾਡੀ ਮਿਹਨਤ ਨੂੰ ਫਲ ਲਾ, ਆਪਣੀ ਮਿਹਨਤ ਨੂੰ ਫਲ ਲਾ। ਇਹ ਐਕਚੁਅਲੀ ਇਹਦੇ ਪਿੱਛੇ ਮੈਸੇਜ ਆ। ਇਹਦਾ ਮੈਸੇਜ ਇਹ ਨਹੀਂ ਹੈਗਾ ਵੀ ਛੱਡ ਦੇ, ਇਹਦਾ ਮੈਸੇਜ ਇਹ ਨਹੀਂ ਹੈਗਾ ਵੀ ਯੂ ਨੋ ਫੋਰਗੇਟ ਅਬਾਊਟ ਇਟ, ਤੂੰ ਤੇ ਇਹ ਕਪਟੀ ਅੰਦਰੋਂ ਇਸ ਰੂਪ ਮੈਸੇਜ ਹੈ ਉਹ ਪਾਊ, ਉਹ ਭਾਈ ਇਹ ਚੀਜ਼ ਕਰਕੇ ਤੂੰ ਇਸ ਚੀਜ਼ ਤੋਂ ਆਪਣੇ ਆਪ ਨੂੰ ਥੋੜ੍ਹਾ ਹੈਗਾ ਸਹੀ ਰੂਪ ਵਿੱਚ ਦੇਖ। ਫਿਰ ਇੱਥੇ ਗੁਰੂ ਬਾਬਾ ਜੀ ਲਿਟਰਲੀ ਤੌਰ 'ਤੇ ਕਈ ਵਾਰ ਸ਼ਬਦ ਸਾਨੂੰ ਇਹੋ ਜਿਹੇ ਬਿਆਨ ਕਰਦੇ ਜਿਨ੍ਹਾਂ 'ਚ ਬਾਰ-ਬਾਰ ਗੱਲ ਹੁੰਦੀ ਕਿ ਤੂੰ ਨਾ ਆਪਣੀ ਰਸਨਾ ਤੋਂ ਲਿਟਰਲੀ ਤੌਰ 'ਤੇ ਰੱਬ ਦਾ ਨਾਮ ਅਲਾਪ, ਗੁਰੂ ਦਾ ਨਾਮ ਅਲਾਪ, ਉਹਦੀ ਗੱਲ ਹੁੰਦੀ। ਹੁਣ ਇਹਦੇ ਬਾਬਤ ਬਾਣੀ 'ਚ ਪੜ੍ਹਦੇ ਹਾਂ, ਬਾਣੀ ਕਹਿੰਦੀ ਆਇਓ ਸੁਣਨ ਪੜ੍ਹਨ ਕੋ ਬਾਣੀ, ਤੂੰ ਬਾਣੀ ਸੁਣਨੀ ਹੈ, ਬਾਣੀ ਪੜ੍ਹਨੀ ਹੈ। ਤੂੰ ਇਸ ਰਸਨਾ ਦੇ ਨਾਲ ਕਿਹਾ ਕਿ ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਇਹੋ ਜਿਹੇ ਕੋ ਹਾਲ ਹਾਲਾਤ ਬਣਨ ਕਰਤਾਰ ਬਣਾ ਦੇ ਜਿਹਦੇ 'ਚ ਰਸਨਾ ਹਰੀ ਹਰੀ ਬੋਲੇ, ਰੱਬ ਰੱਬ ਬੋਲੇ। ਇਸ ਕਿਸਮ ਦੀ ਗੱਲ ਵੀ ਆਉਂਦੀ ਹੈ। ਜਦੋਂ ਅਸੀਂ ਅੱਜ ਦੇ ਮਾਡਰਨ ਵਰਲਡ 'ਚ ਆ ਜਾਈਏ, ਮਾਡਰਨ ਸਾਇੰਸਿਸ ਨੂੰ ਅਸੀਂ ਪੜ੍ਹੀਏ, ਅਤੇ ਉਹਨਾਂ 'ਚ ਬਿਆਨ ਆਉਂਦਾ ਹੈ ਕਿ ਬੰਦੇ ਨੂੰ ਕੁਝ ਆਪਣੇ ਜੀਵਨ ਦੇ 'ਚ ਤਬਦੀਲੀ ਕਰਨ ਵਾਸਤੇ, ਕੋਈ ਬੈਟਰਮੈਂਟ ਦੇਖਣ ਵਾਸਤੇ, ਕੁਝ ਹਾਇਰ ਲੈਵਲ ਦੀ ਟਰਾਂਸਫਰਮੇਸ਼ਨ ਕਰਨ ਲਈ ਉਸ ਨੂੰ ਇਹੋ ਜਿਹੀਆਂ ਚੀਜ਼ਾਂ ਲਿਟਰਲੀ ਤੌਰ 'ਤੇ ਪੜ੍ਹਨੀਆਂ, ਬੋਲਣੀਆਂ ਚਾਹੀਦੀਆਂ ਨੇ। ਜਦੋਂ ਆਪਾਂ ਇਕੱਲਾ ਕੋਈ ਰੱਬੀ ਨਾਮ ਦਾ ਸੂਚਕ, ਰੱਬੀ ਹਸਤੀ ਦਾ ਸੂਚਕ ਨਾਮ ਵੇਖਦੇ ਹਾਂ, ਉਹਦੇ ਪਿੱਛੇ ਇੱਕ ਪੂਰਾ ਕੌਨਸੈਪਟ ਵੀ ਹੁੰਦਾ ਆ। ਹੁਣ ਸਪੋਜ਼ ਕਰੋ ਵਾਹਿਗੁਰੂ ਕਹਿੰਦੇ ਹਾਂ ਅਸੀਂ, ਕੌਨਸੈਪਟ ਵੀ ਹੈ ਇਹਦੇ ਪਿੱਛੇ। ਕੌਨਸੈਪਟ ਇਹੀ ਹੈ ਕਿ ਉਹ ਹਸਤੀ ਜਿਹਨੇ ਜੀਵਨ ਦਿੱਤਾ, ਜਿਹਦੇ ਕਰਕੇ ਸਾਡਾ ਜੀਵਨ ਚੱਲ ਰਿਹਾ ਹੈ, ਉਹ ਪ੍ਰਤਿਪਾਲਕ ਹੈ, ਉਹ ਸਾਡੇ ਅੰਗ ਸੰਗ ਹੈ, ਉਹਦਾ ਨਾਮ ਲਿਆ ਮਨ ਨਹੀਂ ਡੋਲਦਾ। ਆਲ ਦੀਜ਼ ਆਈਡੀਅਲ ਥਿੰਗਸ ਆਰ ਆਲਸੋ ਦੇਅਰ। ਇਹ ਸਾਰਾ ਹਿੱਸਾ ਭਗਤੀ ਦਾ ਹਿੱਸਾ ਆ। ਤੇ ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਕਿ ਮੇਰੇ ਮਨਾ ਇਹ ਕਰ, ਇਹ ਕਿਰਿਆ ਕਰ, ਇਹਦੇ 'ਚ ਨਾਲ ਆਪਣੇ ਆਪ ਨੂੰ ਇਹਦੇ 'ਚ ਪਾਰਟੀਸਪੇਟ ਕਰ, ਐਗਜ਼ੀਕਿਊਟ ਕਰ ਇਸ ਚੀਜ਼ ਨੂੰ। ਇਸ ਲੈਵਲ 'ਤੇ ਬਾਤ ਆ ਰਹੀ ਹੈ। ਫਿਰ ਬੇਨਤੀ ਕਰਾਂਗਾ, ਅਡੰਬਰ ਲਈ ਕੋਈ ਜਗ੍ਹਾ ਨਹੀਂ, ਕਿਉਂਕਿ ਅਕਸਰ ਇਸੇ ਚੀਜ਼ 'ਤੇ ਗੱਲ ਆਉਂਦੀ ਹੈ ਕਿ ਜਦੋਂ ਇਸ ਤਰੀਕੇ ਦਾ ਅਸੀਂ ਸਮਾਜ ਵਿੱਚ ਹਿੱਸਾ ਦੇਖਦੇ ਹਾਂ, ਇਹਨੂੰ ਹੋਰ ਇੱਕ ਕਹਾਣੀ ਨੂੰ ਬਾਤ ਵਿੱਚ ਲੈ ਆਈਏ। ਆਪ ਨੇ ਜ਼ਰੂਰ ਕਿਤੇ ਪੜ੍ਹੀ ਹੋਣੀ ਹੈ, ਬਹੁਤ ਲੋਕਾਂ ਨੇ ਡਿਫਰੈਂਟ ਵਰਜਨ ਨਾਲ ਲਿਖੀ ਹੈ। ਹੈ ਤੇ ਸਿੱਖਿਆਦਾਇਕ ਬਾਤ ਹੈ ਨਾ। ਜਿਵੇਂ ਅਸੀਂ ਬਾਣੀ ਕਹਿੰਦੀ ਹੈ ਕਿ ਬੰਦੇ ਨੂੰ ਗੁਣਾ ਕਾ ਹੋਵੈ ਵਾਸੁਲਾ ਕਢਵਾਸ ਲਹੀਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਹਿ ਕੇਰੀ। ਗੁਣ ਕਿਤੋਂ ਵੀ ਮਿਲੇ ਗ੍ਰਹਿਣ ਕਰਨਾ ਚਾਹੀਦਾ, ਲੈਣਾ ਚਾਹੀਦਾ, ਸਿੱਖਿਆ ਲੈਣੀ ਚਾਹੀਦੀ ਹੈ। ਸਿੱਖ ਹੋਣ ਦਾ ਤਾਂ ਮਤਲਬ ਇਹ ਹੈਗਾ ਕਿ ਬੰਦਾ ਸਿੱਖਿਅਤ ਹੋਵੇ, ਬੰਦਾ ਇਸ ਚੀਜ਼ ਨੂੰ ਕੁਝ ਅਡਾਪਟ ਕਰੇ, ਕੁਝ ਸਿੱਖੇ ਉਸ ਰੂਪ ਦੇ ਅੰਦਰ। ਕਹਾਣੀ ਨੂੰ ਆ ਬਾਤ ਕੁਝ ਇਸ ਤਰ੍ਹਾਂ ਕਹੀ ਅਤੇ ਬਿਆਨੀ ਜਾਂਦੀ ਹੈ ਕਿ ਕੋਈ ਚੋਰ ਆ ਅਤੇ ਉਸ ਨੂੰ ਪਤਾ ਲੱਗਦਾ ਕਿਸੇ ਸਾਧੂ ਮਹਾਤਮਾ ਦੇ ਕੋਲ ਬਹੁਤ ਉਮਦਾ ਕਿਸਮ ਦੀ ਘੋੜੀ ਹੈ। ਉਸ ਨੂੰ ਕਿਤੇ ਕੋਈ ਛੋਟਾ ਜਿਹਾ ਬੱਚਾ ਉਹਦੀ ਕੁੱਟੀ 'ਤੇ ਛੱਡ ਗਿਆ, ਉਹਨੇ ਉਹਨੂੰ ਖੂਬ ਘਾਹ ਪੱਠੇ ਖਵਾਏ, ਖੂਬ ਸਾਰੀ ਸੇਵਾ ਕੀਤੀ, ਅਤੇ ਅਲਟੀਮੇਟਲੀ ਹੋਇਆ ਕਿ
कि ਉਹ ਘੋੜੀ ਬੜੀ ਮਤਲਬ ਲਾਇਕ ਨਿਕਲੀ। ਉਹਦੀ ਚਰਚਾ ਬੜੀ ਹੋਈ ਚਾਰ ਚੁਫੇਰੇ ਵੀ ਉਹ ਦੌੜਦੀ ਬਹੁਤ ਆ, ਉਹ ਜੰਪ ਬੜਾ ਹਾਈ ਕਰਦੀ ਹੈ, ਉਹ ਥੱਕਦੀ ਨਹੀਂ, ਉਸ ਨੂੰ ਆਉਣ ਵਾਲੀ ਸਾਹਮਣੇ ਤੋਂ ਕਿਸੇ ਚੀਜ਼ ਬਾਰੇ ਪਤਾ ਲੱਗ ਜਾਂਦਾ। ਸੋ ਦੇਰ ਸੋ ਮੈਨੀ ਥਿੰਗਸ। ਖੈਰ ਉਹ ਚੋਰ ਨੂੰ, ਜਿਹੜਾ ਡਾਕੂ ਹੈ, ਉਹਨੂੰ ਸਾਰਾ ਕੁਝ ਪਤਾ ਲੱਗ ਗਿਆ। ਉਹਨੇ ਕਿਹਾ ਵੀ ਇਹੋ ਜਿਹੀ ਘੋੜੀ ਦਾ ਫਕੀਰ ਨੇ ਕੀ ਕਰਨਾ। ਬੰਦਾ ਭੇਜਿਆ, ਕਹਿੰਦਾ ਉਹ ਜਿੰਨੇ ਪੈਸੇ ਮੰਗਦਾ ਉਹਨੂੰ ਦੇ ਤੇ ਘੋੜੀ ਲੈ ਆ। ਉਹਨੇ ਆ ਕੇ ਬੰਦੇ ਨੇ ਆਫਰ ਦਿੱਤੀ ਘੋੜੀ ਦੀ। ਉਹ ਫਕੀਰ ਕਹਿੰਦਾ ਆਪਾਂ ਇਹ ਕੋਈ ਸੌਦਾਗਰੀ ਥੋੜ੍ਹਾ ਕਰਦੇ ਹਾਂ ਘੋੜੇ ਵੇਚਣ ਦੀ, ਇਹ ਤਾਂ ਜੀ ਨੂੰ ਪਿਆਰ ਨਾਲ ਪਾਲਿਆ, ਇੱਥੇ ਰਹਿੰਦਾ, ਬੜਾ ਵਧੀਆ, ਬੜਾ ਸ਼ੁਕਰੀਆ। ਉਹ ਕਹਿੰਦਾ ਹੈ ਵੀ ਗੱਲ ਇਹ ਹੈ, ਤੈਨੂੰ ਮੈਂ ਸੱਚੀ ਦੱਸਾਂ, ਤੂੰ ਜਿੰਨੀ ਕੀਮਤ ਕਹੇਂਗਾ ਉਸ ਤੋਂ ਵੀ ਵੱਧ ਮਿਲ ਜਾਏਗੀ। ਤੂੰ ਹੋਰ ਭਾਵੇਂ 5-7 ਘੋੜੀਆਂ ਲੈ ਆਈ, ਤੈਨੂੰ ਪਤਾ ਨਹੀਂ ਘੋੜੀ ਫਲਾਂ ਫਲਾਂ ਡਾਕੂ ਨੂੰ ਚਾਹੀਦੀ ਹੈ ਤੇ ਉਹ ਜ਼ਰੂਰ ਚਾਹੁੰਦਾ, ਤੇ ਉਹਨੂੰ ਉਹਦਾ ਮਨ ਆਇਆ ਦਿੱਤੇ, ਤੇ ਤੂੰ ਹੁਣ ਵੇਚ ਦੇ। ਉਹ ਕਹਿੰਦਾ ਪਹਿਲਾਂ ਤਾਂ ਹੋ ਸਕਦਾ ਮੇਰੇ ਮਨ ਵਿੱਚ ਕੁਝ ਰਾਏ ਹੁੰਦੀ, ਮਤਲਬ ਤੇ ਹੈ ਨਹੀਂ ਸੀਗੀ, ਪਰ ਹੁਣ ਤੇ ਬਿਲਕੁਲ ਕਲੀਅਰ ਹੈ ਵੀ ਹੁਣ ਨਹੀਂ ਵੇਚਣੀ, ਉਹਨੂੰ ਤੇ ਬਿਲਕੁਲ ਨਹੀਂ ਦੇਣੀ, ਕਿਉਂਕਿ ਇਹ ਜਿੰਨੇ ਪਿਆਰ ਨਾਲ ਸਨੇਹ ਨਾਲ ਪਾਲਿਆ ਮੈਂ ਜਿਹੜਾ ਹੈਗਾ ਘੋੜੀ ਦਾ ਬੱਚਾ, ਇਹਦਾ ਤੂੰ ਗਲਤ ਇਸਤੇਮਾਲ ਕਰੇਗਾ, ਉੱਤੇ ਡਾਕੇ ਮਾਰੇਗਾ, ਉੱਥੇ ਮੈਨੂੰ ਤੇ ਪਤਾ ਲੱਗ ਗਿਆ, ਹੁਣ ਮੈਂ ਵੀ ਕਿਉਂ ਉਹ ਸਾਰੇ ਪਾਪਾਂ ਦੇ ਭਾਗ 'ਚ ਪਾਵਾਂ। ਜ਼ੀਰੋ, ਬਿਲਕੁਲ ਨਹੀਂ। ਉਹਨੇ ਜਾ ਕੇ ਡਾਕੂ ਨੂੰ ਕਹਿ ਦਿੱਤਾ ਵੀ ਭਾਈ ਗੱਲ ਇਹ ਹੈ ਵੀ ਉਹ ਤੇ ਫਕੀਰ ਆਦਮੀ ਹੈ। ਉਹਨੇ ਤਾਂ ਬਿਲਕੁਲ ਪਰਵਾਹ ਨਹੀਂ ਕੀਤੀ। ਉਹ ਕਹਿੰਦਾ ਵੀ ਨੋ, ਆਮ ਨੋਟ ਗੋਣਾ ਸੈਲ ਇਟ। ਠੀਕ ਹੈ। ਡਾਕੂ ਨੇ ਉਹਨੂੰ ਥ੍ਰੈਟ ਕਰਨ ਦੀ ਵੀ ਟਰਾਈ ਕੀਤੀ, ਮੈਸੇਜ ਵੀ ਭੇਜੇ, ਪਰ ਉਹ ਸਾਧੂ ਰੂਹ ਸੀ। ਉਹ ਕਹਿੰਦੇ ਹੂ ਕੇਅਰ। ਕਹਾਣੀ ਲੰਮੀ ਚੌੜੀ ਮੁਕਤਸਰ ਮੈਂ ਬਿਆਨ ਕਰਾਂ। ਇੱਕ ਦਿਨ ਕੀ ਹੋਇਆ ਕਿ ਹੁਣ ਉਹ ਫਕੀਰ ਰੂਹ ਵੀ ਭੁੱਲ ਗਈ ਵੀ ਕਦੀ ਕੋਈ ਮੈਨੂੰ ਕਿਸੇ ਨੇ ਥ੍ਰੈਟ ਕੀਤਾ ਸੀਗਾ। ਸਮਾਂ ਆਪਣੀ ਜੱਜ ਨਿਕਲ ਗਿਆ। ਇੱਕ ਦਿਨ ਉਹ ਸ਼ਾਮ ਦਾ ਸਮਾਂ ਹੈ ਤੇ ਫਕੀਰ ਘੋੜੀ ਤੇ ਚੋਰਿਆ ਲਗਾ ਹੁੰਦਾ। ਰਸਤੇ 'ਚ ਕੀ ਦੇਖਦਾ ਹੈ ਕਿ ਇੱਕ ਬਿਮਾਰ ਆਦਮੀ ਹੈ ਤੇ ਬੜੀ ਹੌਲੀ ਹੌਲੀ ਕੋਡਾ ਹੋ ਕੇ ਇਸ ਤਰੀਕੇ ਨਾਲ ਅੱਗੇ ਨੂੰ ਲਿਫ ਕੇ ਨਿੰਮ ਕੇ ਹੱਥ 'ਚ ਡੰਡਾ ਫੜ ਕੇ ਤੇ ਤੁਰ ਰਿਹਾ ਆ। ਨਾਲ ਉੱਚੀ ਉੱਚੀ ਰੌਲਾ ਪਾ ਰਿਹਾ, ਜਿਹਨੂੰ ਅਸੀਂ ਪੰਜਾਬੀ 'ਚ ਹੂੰਗਣਾ ਕਹਿੰਦੇ ਹਾਂ। ਮੀਨ ਲੱਗਦਾ ਕਿ ਉਹ ਬਿਮਾਰ ਆ। ਫਕੀਰ ਘੋੜੀ ਤੇ ਤੁਰਿਆ ਜਾਂਦਾ। ਉਹਨੇ ਘੋੜੀ ਨੂੰ ਹੌਲੀ ਕੀਤਾ, ਪੁੱਛਿਆ ਭਾਈ ਕੌਣ ਹੈ? ਆ ਨਾਲ ਦੇ ਪਿੰਡ ਦਾ ਵਸਨੀਕ ਆ। ਸ਼ਾਮ ਪੈ ਰਹੀ ਹੈ, ਕਿੱਧਰ ਜਾ ਰਹੇ? ਸਾਹਮਣੇ ਪਿੰਡ ਜਾਣਾ ਆ। ਕਾਹਦੇ ਵਾਸਤੇ? ਹਕੀਮ ਤੋਂ ਦਵਾਈ ਲੈ ਕੇ ਆਉਣੀ ਹੈ। ਉਹ ਭਾਈ ਕਿਸੇ ਦੀ ਮਦਦ ਲੈ ਲੈਂਦਾ। ਭਾਈ ਘਰ ਕੋਈ ਹੈ ਨਹੀਂ ਸੀਗਾ, ਇਕੱਲਾ ਬੰਦਾ ਆਇਆ ਇਸ ਤਰੀਕੇ ਨਾਲ। ਠੀਕ ਹੈ, ਤੂੰ ਜਿਸ ਤਰੀਕੇ ਨਾਲ ਹੂੰਗ ਰਿਹਾ, ਤੇਰੀ ਜਿਹੜੀ ਹਾਲਤ ਆ, ਤੂੰ ਤੇ ਜਾ ਨਹੀਂ ਪਾਏਗਾ। ਉਹ ਕਹਿੰਦਾ ਫਿਰ ਹੁਣ ਕਰਾਂਗਾ ਵੀ ਕੀ? ਵੈਸੇ ਘਰ ਵੀ ਤੇ ਮਰ ਹੀ ਜਾਣਾ ਸੀ, ਜੇ ਪਹੁੰਚ ਗਿਆ ਬਚ ਗਿਆ, ਨਹੀਂ ਤੇ ਰਸਤੇ 'ਚ ਮਰ ਜਾਗਾ। ਫਕੀਰ ਨੂੰ ਲੱਗਾ ਠੀਕ ਨਹੀਂਗਾ। ਖੈਰ ਉਹ ਫਕੀਰ ਘੋੜੀ ਤੋਂ ਥੱਲੇ ਉਤਰਿਆ, ਕਹਿਣ ਲੱਗਾ ਵੀ ਗੱਲ ਇਹ ਹੈ, ਚੱਲ ਤੈਨੂੰ ਮੈਂ ਦਵਾਈ ਦਵਾ ਦੇਣਾ। ਤੂੰ ਨਾ ਜਿਹੜਾ ਹੈ ਘੋੜੀ ਤੇ ਚੜ੍ਹ ਜਾ। ਉਹ ਕਹਿੰਦਾ ਮੇਰੇ ਤੋਂ ਕਿੱਥੇ ਘੋੜੀ ਤੇ ਚੜ੍ਹਿਆ ਜਾਣਾ ਹੈ, ਮੈਂ ਤੇ ਜਿਹੜਾ ਆ ਬਿਲਕੁਲ ਬਿਮਾਰ ਆਦਮੀ ਆ। ਉਹ ਕਹਿੰਦਾ ਨਹੀਂ ਨਹੀਂ, ਮੈਂ ਤੇਰੀ ਮਦਦ ਕਰਦਾ। ਫਕੀਰ ਨੇ ਆਪ ਘੋੜੇ ਦੇ ਲਗਾਮ ਦੇ ਵਿੱਚ ਉਹਦਾ ਪੈਰ ਫਸਾਇਆ, ਉਹਨੂੰ ਸਹਾਰਾ ਦਿੱਤਾ, ਉੱਤੇ ਚੜ੍ਹ ਗਿਆ। ਜਦੋਂ ਉੱਤੇ ਚੜ੍ਹ ਗਿਆ, ਉਹਨੇ ਘੋੜੀ ਦੀ ਲਗਾਮ ਕੁੱਟ ਕੇ ਫੜ ਲਈ। ਉਹਨੇ ਜ਼ੋਰ ਲਾ ਕੇ ਠੇਡਾ ਮਾਰਿਆ, ਪੈਰ ਫਕੀਰ ਨੂੰ ਦੂਰ ਸੱਟਿਆ। ਘੋੜੀ ਜਲਦੀ ਨਾਲ ਭਜਾ ਕੇ ਦੂਰ ਲੈ ਗਿਆ ਤੇ ਉਹਨੂੰ ਆਪਣੇ ਉੱਤੋਂ ਚਾਦਰ ਉਤਾਰ ਕੇ ਸੱਟ ਕੇ ਕਹਿੰਦਾ ਤੈਨੂੰ ਪਤਾ ਮੈਂ ਫਲਾਂ ਡਾਕੂ ਹਾਂ, ਮੈਂ ਤੈਨੂੰ ਸੁਨੇਹਾ ਭੇਜਿਆ ਸੀਗਾ ਘੋੜੀ ਮੈਨੂੰ ਮੁੱਲ ਦੇ ਦੇ ਤੇ ਤੂੰ ਦਿੱਤੀ ਨਹੀਂ। ਮੈਂ ਤੈਨੂੰ ਕਿਹਾ ਸੀ ਮੈਂ ਛੱਡਾਂਗਾ ਨਹੀਂ, ਤੇ ਮੈਂ ਅੱਜ ਆ ਗਿਆ ਲੈਣ ਵਾਸਤੇ। ਹੁਣ ਭਾਈ ਘੋੜੀ ਮੇਰੀ ਹੈ ਤੇ ਤੂੰ ਹੁਣ ਜਾ, ਦੌੜ ਜਾ। ਫਕੀਰ ਮੈਨੂੰ ਬੜੀ ਜ਼ੋਰ ਲਾ ਕੇ ਚੋਟ ਲੱਗੀ ਹੈ। ਉਹ ਕਹਿੰਦਾ ਭਾਈ ਰੁਕ ਰੁਕ ਇੱਕ ਪਲ, ਇੱਕ ਗੱਲ ਸੁਣ ਜਾ ਮੇਰੀ। ਨੋ ਡਾਊਟ ਘੋੜੀ ਤੇਰੀ ਹੈ, ਹੁਣ ਤੂੰ ਲੈ ਜਾਣੀ, ਮੈਨੂੰ ਪਤਾ ਲੱਗ ਗਿਆ। ਮੈਂ ਇਸ ਗੱਲ ਨੂੰ ਸਵੀਕਾਰ ਵੀ ਲਿਆ। ਮੈਂ ਤੇਰੇ ਤੋਂ ਘੋੜੀ ਹੁਣ ਨਾ ਖੋਨਾ ਤੇ ਨਾ ਘੋੜੀ ਤੇਰੀ, ਬਿਨਾਂ ਕੀਮਤ ਤੋਂ ਦੇਤੀ ਮੈਂ ਤੈਨੂੰ। ਪਰ ਮੇਰੀ ਇੱਕ ਵਿਨਤੀ ਜ਼ਰੂਰ ਸੁਣ ਕੇ ਜਾਈ। ਉਹ ਕਹਿੰਦਾ ਜੀ ਵਿਨਤੀ ਕੀ ਹੈ? ਕਹਿੰਦਾ ਵਿਨਤੀ ਇਹ ਹੈ ਕਿ ਜਿਵੇਂ ਤੂੰ ਘੋੜੀ ਖੋਈ ਹੈ ਮੇਰੇ ਕੋਲੋਂ, ਐਵੇਂ ਕਿਸੇ ਨੂੰ ਦੱਸੀ ਨਾ ਜਾ ਕੇ। ਕਹਿੰਦਾ ਹੱਦ ਹੋ ਗਈ, ਮੈਂ ਤੇ ਇੱਕ ਬੰਦੇ ਨੂੰ ਦੱਸਾਂਗਾ? ਮੈਂ ਤਾਂ ਦੱਸਾਂਗਾ ਉਹ ਫਕੀਰ ਕਿੰਨਾ ਬੇਵਕੂਫ ਸੀ, ਕਿੰਨਾ ਮੂਰਖ ਸੀ। ਮੈਂ ਪੈਸੇ ਦਿੰਦਾ ਸੀ, ਨਹੀਂ ਲਏ। ਅਖੀਰ ਇਸ ਤਰੀਕੇ ਦੇ ਨਾਲ ਜਲੀਲ ਹੋ ਕੇ ਰਸਤੇ ਦੇ ਵਿੱਚ ਇਕੱਲਾ ਰਹਿ ਗਿਆ। ਮੈਂ ਘੋੜੀ ਭਜਾ ਲਿਆ। ਮੇਰੀ ਤੇ ਇਹ ਤੇ ਮੇਰੀ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਹੈ, ਮੈਂ ਇਹੋ ਜਿਹਾ ਕੰਮ ਕੀਤਾ। ਮੈਂ ਤਾਂ ਜ਼ਰੂਰ ਦੱਸਾਂਗਾ। ਉਹ ਕਹਿੰਦਾ ਨਾ ਦੱਸੇ, ਕਿਸੇ ਨੂੰ ਨਾ ਦੱਸੀ, ਵਾਸਤਾ ਹੀ। ਕਿਉਂ ਨਾ ਦੱਸਾਂ? ਤੇਰੀ ਬੇਇੱਜ਼ਤੀ ਹੋਏਗੀ। ਕਹਿੰਦਾ ਨਹੀਂ, ਫਕੀਰ ਦੀ ਕੀ ਇੱਜ਼ਤ ਬੇਇੱਜ਼ਤੀ ਹੋਣੀ ਹੈ? ਸੰਸਾਰ ਆ, ਅਲਟੀਮੇਟਲੀ ਬੰਦਾ ਮਰ ਜਾਂਦਾ, ਕੌਣ ਪੁੱਛਦਾ? ਬਾਅਦ ਦੇ ਵਿੱਚ ਵਿਦਾ ਹੋ ਜਾਣਾ। ਗੱਲ ਇੰਨੀ ਹੈ, ਜੇ ਤੂੰ ਐਵੇਂ ਜਾ ਕੇ ਦੱਸੇਂਗਾ, ਲੋਕਾਂ ਦਾ ਰਾਹ ਜਾਂਦੇ ਹੋਏ ਬਿਮਾਰਾਂ ਦੀ ਮਦਦ ਕਰਨ ਵਾਲਾ ਪੱਖ ਉਹ ਮਰ ਜਾਏਗਾ।
ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰੇਗਾ। ਲੋਕ ਸਾਰੇ ਬਿਮਾਰਾਂ ਨੂੰ ਪਖੰਡੀ ਸਮਝਣਗੇ, ਸਾਰੇ ਬਿਮਾਰਾਂ ਨੂੰ ਲਟੇਰੇ ਸਮਝਣਗੇ, ਡਾਕੂ ਸਮਝਣਗੇ, ਰਾਹ ਜਾਂਦਿਆਂ ਨੂੰ ਕੋਈ ਮਦਦ ਨਾ ਕਰ ਪਾਏਗਾ। ਇਸ ਕਰਕੇ ਨਾ ਦੱਸੀ ਜਾ ਕੇ। ਐਕਚੁਅਲ ਲੈਵਲ ਤੇ ਜਦੋਂ ਬੰਦਾ ਧਰਮ ਦੇ ਬਾਣੇ ਹੇਠ ਜਾਂ ਧਾਰਮਿਕ ਪ੍ਰਭਾਵ ਦੇ ਕੇ ਜਾਂ ਕਿਸੇ ਧਰਮ ਕਿਰਿਆ ਦੇ ਅੰਡਰ ਆਪਣੇ ਆਪ ਦਾ ਇੰਪ੍ਰੈਸ਼ਨ ਦੇ ਕੇ ਜਿਹੜਾ ਅਮਲ ਕਰਦਾ ਆ, ਜੇ ਉਹਦੇ ਨਾਲ ਮੈਚ ਨਹੀਂ ਕਰਦਾ, ਲੋਕ ਉਸ ਬੰਦੇ ਤੋਂ ਵਿਸ਼ਵਾਸ ਨਹੀਂ ਚੁੱਕਦੇ। ਇਕੱਲਾ ਲੋਕ ਕਹਿੰਦੇ ਧਰਮ ਦਾ ਕੀ ਫਾਇਦਾ। ਐਂਡ ਬਿਲੀਵ ਮੀ, ਆਈ ਹੀਅਰ ਸੋ ਮੈਨੀ ਸਟੋਰੀਜ਼ ਐਵਰੀ ਡੇ। ਖਾਸ ਕਰਕੇ ਜਿਹੜੀ ਸਾਡੀ ਕੈਨੇਡੀਅਨ ਬੋਰਨ ਬ੍ਰੌਟ ਅਪ ਜਨਰੇਸ਼ਨ ਹੈ, ਉਹ ਪਤਾ ਨਹੀਂ ਕਿੰਨੇ ਬੱਚੇ ਕਹਿਣਗੇ ਮੇਰੀ ਗ੍ਰੈਂਡ ਮਾਂ ਪਾਠ ਕਰਦੀ ਰੋਜ਼, ਬਟ ਐਟ ਦ ਸੇਮ ਟਾਈਮ ਸ਼ੀ ਇਜ਼ ਸੋ ਮੀਨ। ਹਰ ਕੇਸ 'ਚ ਨਹੀਂ ਹੁੰਦਾ, ਪਰ ਕਈ ਅਕਸਰ ਇਸ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ। ਮਾਈ ਗ੍ਰੈਂਡ ਪਾ ਇਜ਼ ਈਵਨ ਦੋ ਹੀ ਸਰਵ ਇਨ ਗੁਰਦੁਆਰਾ ਸਾਹਿਬ, ਹੀ ਡੂ ਦਿਸ ਸਰਵਿਸ, ਬਟ ਹੀ ਇਜ਼ ਸੋ angry man, he's so bad, he's so brutal, he talk always bad stuff। ਹੁਣ ਜਿਹੜੀ ਇਹ ਚੀਜ਼ ਆ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਮਿਸਮੈਚ ਆ, ਉਹ ਫਿਰ ਬੰਦੇ ਨੂੰ ਕੱਲਾ ਉਸ ਜਿਹੜਾ ਸ਼ਖਸ ਐਵੇਂ ਕਰ ਰਿਹਾ ਉਹਦੇ ਤੋਂ ਨਹੀਂ, ਧਰਮ ਦੀ ਆਸਥਾ ਤੋਂ ਤੋੜਦਾ ਹੈ। ਬਾਕੀ ਗੱਲ ਇਹ ਹੈ, ਆਪ ਅਹਿਸਾਸ ਕਰੋ, ਬੰਦਾ ਦਿਆਨਤਦਾਰੀ ਦੇ ਨਾਲ ਗੁਟਕਾ ਸਾਹਿਬ ਫੜੇ, ਆਪਣੇ ਗੁਰਬਾਣੀ ਦੇ ਅੱਖਰਾਂ ਨੂੰ ਕੁਰੇਦੇ, ਬੋਲੇ, ਸੁਣੇ, ਕੁਝ ਸਮਾਂ ਬੈਠ ਕੇ ਮੈਡੀਟੇਸ਼ਨ ਦੇ ਵਿੱਚ ਵਾਹਿਗੁਰੂ ਦਾ ਜਾਪ ਕਰੇ, ਕਿੱਡੀ ਕਮਾਲ ਦੀ ਕਿਰਿਆ ਆ। ਤੇ ਸੋਚ ਕੇ ਦੇਖੋ, ਜੇ ਮਨੁੱਖੀ ਮਨ ਮੰਡਲ ਦੇ ਵਿੱਚ ਦਾ ਅਹਿਸਾਸ ਥੋੜ੍ਹਾ ਡੀਪ ਚਲਾ ਜਾਏ, ਤੇ ਅੱਜ ਅਸੀਂ ਸਭ ਤੋਂ ਵੱਡੀ ਲੈਕਿੰਗ ਹੋ ਰਹੀ ਕੰਸਨਟ੍ਰੇਸ਼ਨ ਦੇ ਵਿੱਚ, ਤੇ ਬੈਸਟ ਟੂਲ ਆ। ਜੇ ਮਨੁੱਖੀ ਮਨ ਦੇ ਵਿੱਚ ਸਾਵਧਾਨਤਾ ਹੋਏ, ਮਨੁੱਖੀ ਮਨ ਦੇ ਵਿੱਚ ਇਕਾਗਰਤਾ ਹੋਏ, ਮਨੁੱਖੀ ਮਨ ਦੇ ਵਿੱਚ ਥੋੜ੍ਹਾ ਕੰਸਨਟ੍ਰੇਸ਼ਨ ਦਾ ਲੈਵਲ ਵੱਧ ਜਾਏ, ਬਹੁਤ ਸਾਰੀਆਂ ਚੀਜ਼ਾਂ ਤੇ ਡਿਸਟਰੈਕਸ਼ਨ ਕਰਕੇ ਬੰਦੇ ਦੇ ਅੰਦਰ ਆਈ ਜਾਂਦੀਆਂ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਉਹ ਮੇਰੇ ਮਨ ਜਪ ਮਨ ਰਾਮ ਨਾਮ ਰਸਨਾ। ਰਸਨਾ ਹਾਲਾਂਕਿ ਕਿਰਿਆ ਤਨ ਦੀ ਹੈ, ਪਰ ਮਨ ਦੀ ਇਨਵੋਲਵਮੈਂਟ ਦੀ ਗੱਲ ਹੋ ਰਹੀ ਹੈ। ਨਾਲ ਕਿਹਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ। ਮਸਤਕ ਲਿਖਤ ਲਿਖੇ ਗੁਰ ਪਾਇਆ, ਕੋਈ ਮੱਥੇ ਦਾ ਲੇਖ ਖੁੱਲ੍ਹ ਜਾਏ, ਇਹ ਮੈਟਾਫੋਰ ਆ। ਕਈ ਵਾਰੀ ਵੀ ਹੋਇਆ, ਬੰਦਾ ਕਹਿੰਦਾ ਮੱਥੇ ਦੇ ਲੇਖ ਜਿਹੜੇ ਨੇ ਇਹ ਪੁੱਠੇ ਹੋਏ ਹੁੰਦੇ ਨੇ, ਸਿੱਧੇ ਕਰ ਲਈਦੇ ਨੇ, ਇਸ ਤਰ੍ਹਾਂ ਹੁੰਦਾ, ਇਸ ਤਰੀਕੇ ਨਾਲ ਹੁੰਦਾ। ਐਕਚੁਅਲੀ ਮੱਥਾ ਜੇ ਤੁਸੀਂ ਮੈਟਾਫੋਰਿਕ ਵੇ ਨਾਲ ਦੇਖੋਗੇ ਤੇ ਇਹ ਦੋ ਚੀਜ਼ਾਂ ਦੇ ਨਾਲ ਮੱਥੇ ਦਾ ਜ਼ਿਆਦਾਤਰ ਜ਼ਿਕਰ ਆਉਂਦਾ ਆ। ਇੱਕ ਤੇ ਜਿਹੜਾ ਫੋਰਹੈਡ ਆ, ਬਿਲਕੁਲ ਇਹਦੇ ਪਿਛਲੇ ਪਾਸੇ ਬ੍ਰੇਨ ਆ ਸਾਡਾ, ਤੇ ਬ੍ਰੇਨ ਦੇ ਵਿੱਚ ਵੀ ਇੱਕ ਗ੍ਰੇ ਪਾਰਟ ਹੁੰਦਾ ਬ੍ਰੇਨ ਦਾ, ਜਿਹੜਾ ਬਿਲਕੁਲ ਮੱਥੇ ਦੇ ਫੋਰਹੈਡ ਦੇ ਨਾਲ ਹੀ ਲੱਗਾ ਹੁੰਦਾ, ਜਿਹਦੇ ਡਿਵੈਲਪਮੈਂਟ ਦੇ ਨਾਲ, ਜਿਹਦੀ ਆਮਦ ਦੇ ਨਾਲ ਬੰਦੇ 'ਚ ਮੈਚਿਓਰਿਟੀ ਆਉਂਦੀ ਹੈ। ਜਿਹੜੇ ਏਜ ਦੇਖਦੇ ਨਾ ਅਸੀਂ, ਤੁਸੀਂ ਦੇਖੋ ਕਈ ਵਾਰੀ ਅਸੀਂ ਬਾਤ ਕੀਤੀ ਹੈ, ਬੱਚੇ ਨੂੰ 16, 17, 18 ਸਾਲ ਦੀ ਉਮਰ ਦੇ ਵਿੱਚ ਖਾਸ ਕਰਕੇ ਉਸ ਨੂੰ ਤੁਸੀਂ ਰੈਸ਼ਨਲ ਥਿੰਕਿੰਗ ਉਹਦੇ 'ਚ ਬਹੁਤ ਰੇਅਰ ਦੇਖੋਗੇ। ਉਹ ਬਹੁਤ ਜਲਦੀ ਕਿਸੇ ਦੇ ਇਨਫਲੂਐਂਸ ਵਿੱਚ ਆ ਜਾਏਗਾ, ਬਹੁਤ ਜਲਦੀ। ਤੇ ਇਹਦਾ ਕਾਰਨ ਕੀ ਹੈ? ਇੱਕੋ ਹੀ ਹੈ, ਕਿਉਂਕਿ ਉਹਨੂੰ ਜਿਹੜੀ ਦਲੀਲ ਵਾਲੀ ਗੱਲ ਆ, ਤਰਕ ਵਾਲੀ ਗੱਲ ਹੈ, ਛੇਤੀ ਪਕੜ 'ਚ ਨਹੀਂ ਆ ਰਹੇ। ਜਿਵੇਂ ਸਿੰਪਲ ਐਗਜ਼ਾਮਪਲ ਮੈਂ ਕਰਦਾ ਹਾਂ ਕਿ ਸਪੋਜ਼ ਨਵਾਂ ਉਹਨੇ ਡਰਾਈਵਿੰਗ ਲਾਇਸੈਂਸ ਲਿਆ ਆ, ਤੇ ਡੈਡ ਨੂੰ ਕਹਿੰਦਾ ਕਿ ਆਈ ਨੀਡ ਯੂਰ ਕਾਰ ਟੂ ਐਕਚੁਅਲੀ ਡਰਾਈਵ। ਉਹ ਕਹਿੰਦਾ ਓਕੇ ਯੂ ਕੈਨ ਹੈਵ ਫਰਾਈਡੇ ਈਵਨਿੰਗ। ਖੁਸ਼ ਹੋ ਜਾਂਦਾ, ਬਣ ਗਈ ਗੱਲ, ਫਰਾਈਡੇ ਈਵਨਿੰਗ ਕਾਰ ਮੈਨੂੰ ਮਿਲੇਗੀ। ਸਾਡੇ ਇੱਥੇ ਸਨੋ ਬੜੀ ਪੈਂਦੀ, ਸਪੋਜ਼ ਕਰੋ ਫਰਾਈਡੇ ਸਨੋ ਸਟੋਰਮ ਆ ਗਿਆ, ਸ਼ਾਮ ਨੂੰ 2-2 ਫੁੱਟ ਸਨੋ ਪੈ ਗਈ। ਬੱਚਾ ਆਇਆ, ਕਹਿੰਦਾ ਡੈਡ ਗਿਵ ਮੀ ਦ ਕੀ, ਆਈ ਵਾਂਟ ਮਾਈ ਐਕਚੁਅਲੀ ਨਾਓ ਇਟਸ ਮਾਈ ਟਾਈਮ, ਆਈ ਵਾਂਟ ਰਾਈਡ ਆਫ ਯੂਰ ਕਾਰ। ਉਹ ਕਹਿੰਦਾ ਵੀ ਨੋ ਬੇਟਾ, ਯੂ ਨੋ ਸਨੋ ਬਹੁਤ ਹੈ, ਵੈਦਰ ਇਜ਼ ਨਾਟ ਗੁੱਡ, ਸੋ ਆਈ ਵਿਲ ਨਾਟ ਪਰਮਿਟ ਯੂ ਟੂ ਡਰਾਈਵ ਮਾਈ ਕਾਰ। ਉਹ ਕਹਿੰਦੇ ਯੂ ਨੋ ਯੂ ਆਰ ਲਾਇਰ, ਯੂ ਆਰ ਨੋਟ ਕੀਪਿੰਗ ਯੂਰ ਓਨ ਪ੍ਰੋਮਿਸ। ਹੁਣ ਇਹ ਜਿਹੜੀ ਗੱਲ ਆ, ਬੰਦਾ ਕਹੇਗਾ ਹੱਦ ਹੋ ਗਈ, ਤੈਨੂੰ ਇੰਨੀ ਨਹੀਂ ਸਮਝ ਆਉਂਦੀ, ਬਾਹਰ 2-2 ਫੁੱਟ ਸਨੋ ਪਈ, ਕਹਿੰਦਾ ਡਜ਼ਨਟ ਮੈਟਰ, ਯੂ ਪ੍ਰੋਮਿਸ ਮੀ, ਯੂ ਹੈਵ ਟੂ ਫੁਲਫਿਲ ਦਾ ਪ੍ਰੋਮਿਸ। ਇੱਥੋਂ ਝਗੜਾ ਹੁੰਦਾ। ਬੰਦਾ ਕਹਿੰਦਾ ਤੇ ਪਾਗਲ ਹੈ, ਅਸਲ ਦੇ ਵਿੱਚ ਪਾਗਲ ਕੋਈ ਨਹੀਂ ਹੈਗਾ, ਉਹਦੇ 'ਚੋਂ ਪਾਰਟ ਨਹੀਂ ਹੈਗਾ ਬ੍ਰੇਨ ਵਿੱਚ, ਜਿਹੜਾ ਬਲੈਕ ਐਂਡ ਵਾਈਟ ਦੇ ਵਿੱਚ ਜਿਹੜਾ
ਮਾਫੀ ਚਾਹਾਂਗਾ, ਗ੍ਰੇ ਪਾਰਟ ਵਿਖਾਉਂਦਾ ਆ। ਉਸ ਨੇ ਉਹਦੇ ਵਾਸਤੇ ਆਈਦਰ ਚੀਜ਼ ਬਲੈਕ ਆ ਜਾਂ ਵਾਈਟ ਆ, ਉਹਨੂੰ ਜਿਹੜਾ ਵਿਚਲਾ ਏਰੀਆ ਆ ਉਹ ਦਿਸਦਾ ਨਹੀਂਗਾ। ਇਹ ਫਿਰ ਹੌਲੀ ਹੌਲੀ ਏਜ ਦੇ ਨਾਲ ਡਿਵੈਲਪ ਹੁੰਦਾ। ਪਰ ਅਨਫੋਰਚੂਨੇਟਲੀ ਸਾਡੇ ਕੋਲ ਬਹੁਤ ਸਾਰੀਆਂ ਸਟੱਡੀਜ਼ ਆ ਰਹੀਆਂ ਨੇ, ਜਿਹੜੀ ਸਾਡੀ ਖਾਸ ਕਰਕੇ ਪੁਬਰਟੀ ਦੀ ਏਜ ਆ ਇਹ ਅਰਲੀ ਹੋਈ ਜਾ ਰਹੀ ਹੈ। ਮਤਲਬ ਇਹ 13 ਤੋਂ ਆਲਮੋਸਟ 9 ਤੇ ਆ ਗਈ ਹੈ। ਇਹਦੇ 'ਚ ਵੱਡਾ ਰੀਜ਼ਨ ਫੂਡ ਚੇਨ ਦਾ ਆ, ਸਾਡੇ ਰਹਿਣ ਸਹਿਣ ਦਾ ਆ, ਸਾਡੇ ਲੈਸ ਐਕਸਰਸਾਈਜ਼ ਕਰਨ ਦਾ, ਬਹੁਤ ਸਾਰੀਆਂ ਚੀਜ਼ਾਂ ਇਨਵੋਲਵ ਹੈਗੀਆਂ ਨੇ। ਪਰ ਜਿਹੜਾ ਬ੍ਰੇਨ ਦੀ ਡਿਵੈਲਪਮੈਂਟ ਦੇ ਵਿੱਚ ਖਾਸ ਕਰਕੇ ਗ੍ਰੇ ਪਾਰਟ ਦਾ ਆਉਣਾ ਆ, ਉਸ ਵਾਲਾ ਹਿੱਸਾ, ਉਹ ਜਿਹੜਾ ਉਸ ਲੈਵਲ 'ਤੇ ਲੇਟ ਹੋਈ ਜਾ ਰਿਹਾ, ਉਹਦੇ 'ਚ ਡਿਲੇਇੰਗ ਆ ਰਹੀ ਲਗਾਤਾਰ। ਹੁਣ ਸਾਡੇ ਇੱਥੇ ਨਾਰਥ ਅਮਰੀਕਾ 'ਚ ਕਿਹਾ ਜਾ ਰਿਹਾ ਨਿਊ 18 ਇਜ਼ 27। ਸੋ ਇਹ ਜਿਹੜੀ ਹਾਲਤ ਆ ਇਹ ਬੜੀ ਸ਼ੌਕਿੰਗ ਵੀ ਹੈ। ਸੋ ਇਹ ਸਾਰੇ ਕਰਕੇ ਪਤਾ ਲੱਗਦਾ ਕਿ ਬੰਦੇ ਨੂੰ ਅਹਿਸਾਸ ਨਹੀਂ। ਪਰ ਸੱਚਾਈ ਇਹ ਹੈ, ਮੱਥਾ ਪ੍ਰਤੀਕ ਹੈ ਇਸ ਗੱਲ ਦਾ। ਇਸੇ ਲਈ ਦਾਨਸ਼ਮੰਦ ਖਾਸ ਕਰਕੇ ਈਵਨ ਨਾਰਥ ਅਮਰੀਕਨ ਕਲਚਰ ਦੇ ਜਿਹੜੇ ਇੱਥੋਂ ਦੇ ਸਾਈਕੋਲੋਜਿਸਟ ਵਗੈਰਾ ਹੈਗੇ ਨੇ, ਖਾਸ ਕਰਕੇ ਚਾਈਲਡ ਸਾਈਕੋਲੋਜਿਸਟ, ਉਹ ਕਹਿੰਦੇ ਨੇ ਜਦੋਂ ਬੱਚੇ 'ਚ ਐਨਰਜੀ ਵੱਧ ਰਹੀ ਹੈ ਉਦੋਂ ਟਰਾਈ ਕਰੋ ਟਾਈਮ ਬਾਏ ਕਰੋ, ਕਿਉਂਕਿ ਜੇ ਤੁਸੀਂ ਟਾਈਮ ਬਾਏ ਕਰਕੇ ਰਿਲੇਸ਼ਨਸ਼ਿਪ ਬਚਾ ਗਏ ਨਾ, ਯੂ ਆਰ ਦਾ ਵਿਨਰ। ਤੁਸੀਂ ਬਹੁਤ ਕੁਝ ਅਚੀਵ ਕਰ ਲਿਆ। ਜੇ ਤੁਸੀਂ ਅਗਰੈਸਿਵ ਹੋ ਗਏ ਤੇ ਅਗਰੈਸ਼ਨ ਵਿੱਚ ਆ ਕਿਹਾ ਕਿ ਨੋ ਨੋ ਨੋ, ਮੈਂ ਤੇ ਹੁਣ ਹੀ ਸਭ ਕੁਝ ਫਿਕਸ ਕਰਕੇ ਛੱਡਾਂਗਾ, ਦੈਨ ਯੂ ਗੋਨਾ ਲੂਜ਼ ਐਵਰੀਥਿੰਗ। ਕਿਉਂਕਿ ਇੱਥੇ ਤੂਫਾਨ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ। ਇੱਥੇ ਹੌਲੀ ਹੌਲੀ ਕਰਕੇ ਜਿਹਨੂੰ ਅਸੀਂ ਜੱਤ ਪਹਾਰਾ ਧੀਰਜ ਸੁਨਿਆਰ, ਸੁਨਿਆਰ ਦੀ ਕਿਰਿਆ ਆ, ਬੜੀ ਹੌਲੀ ਹੌਲੀ ਹੋਣੀ ਹੈ। ਪਰ ਸੱਚਾਈ ਇਹ ਹੈ, ਮੱਥਾ ਇੱਕ ਤੇ ਪ੍ਰਤੀਕ ਹੈ ਇਸ ਗੱਲ ਦਾ। ਦੂਸਰਾ ਹੁੰਦਾ ਹੈ, ਪੰਜਾਬੀ 'ਚ ਅਸੀਂ ਵਰਡ ਯੂਜ਼ ਕਰਦੇ ਹਾਂ, ਕਿਸੇ ਦੇ ਮੂੰਹ ਮੱਥੇ ਲੱਗਣਾ। ਹੁਣ ਮੂੰਹ ਮੱਥੇ ਲੱਗਣ ਦਾ ਮਤਲਬ ਕੀ ਹੁੰਦਾ ਹੈ ਕਿ ਜਿਨ੍ਹਾਂ ਦੇ ਨਾਲ ਤੁਸੀਂ ਮੂੰਹ ਕਰਕੇ ਗੱਲ ਕਰਦੇ ਹੋ, ਜਿਨ੍ਹਾਂ ਨਾਲ ਤੁਹਾਡੀ ਇੰਟਰੈਕਸ਼ਨ ਹੁੰਦੀ ਹੈ, ਉਹਨਾਂ ਦਾ ਪ੍ਰਭਾਵ ਜੀਵਨ 'ਚ ਪੈਂਦਾ ਹੈ। ਜਿੱਥੇ ਗੁਰਮੁਖ ਹੋਣ ਵਾਲੀ ਗੱਲ ਆ, ਕਿਆ ਮਸਤਕ ਲਿਖਤ ਲਿਖੇ ਗੁਰ ਪਾਇਆ, ਕੋਈ ਇਹੋ ਜਿਹੀ ਬਾਤ ਮੱਥੇ ਦੀ ਪਿਛਲੀ ਸਲੇਟ ਜਿਹੜੀ ਉਹ ਹੈਲਪ ਕਰੇ, ਤੇ ਇਹ ਜਿਹੜਾ ਮੱਥਾ ਆ, ਇਹ ਮੂੰਹ ਜਿਹੜਾ ਆ, ਇਹ ਗੁਰੂ ਵਾਲੇ ਪਾਸੇ ਹੋਏ, ਤੇ ਉਹ ਜਿਹੜੇ ਲੇਖ ਨੇ, ਲੇਖ ਤੇ ਲਿਖੇ ਹੀ ਨੇ, ਪੋਸੀਬਿਲਿਟੀ ਤੇ ਹੈ ਹੀ। ਇਹ ਬੰਦੇ ਨੂੰ ਕੁਦਰਤ ਨੇ ਜੀਵਨ ਦਿੱਤਾ, ਜੀਵਨ 'ਚ ਐਨਰਜੀ ਹੈ, ਟਾਈਮ ਹੈ, ਬੰਦੇ ਕੋਲ ਐਬਿਲਿਟੀ ਹੈ। ਬੰਦਾ ਚਾਹੇ ਤੇ ਯਥਾਰਥ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਚੋਇਸਿਸ ਬਣਾ ਸਕਦਾ ਆ। ਤੁਸੀਂ ਚਾਹੋ ਤੇ ਕਲਹਾ, ਕਲੇਸ਼, ਕ੍ਰੋਧ, ਹੰਕਾਰ, ਈਰਖਾ, ਦੁਆਖ, ਇਹਦੇ ਇਨਫਲੂਐਂਸ ਵਿੱਚ ਜੀ ਸਕਦੇ ਹੋ। ਤੁਸੀਂ ਚਾਹੋ ਪਿਆਰ, ਸਨੇਹ, ਦਇਆ, ਖਲੂਸ, ਮੁਹੱਬਤ, ਆਪਣਤ, ਇਹਦੀ ਵਿੱਚ ਵੀ ਜੀ ਸਕਦੇ ਹੋ। ਇਹ ਡਿਪੈਂਡ ਕਰਦਾ ਹੈ ਤੁਸੀਂ ਸੋਚ ਨੂੰ ਕਿਸ ਤਰੀਕੇ ਨਾਲ ਤਰਤੀਬ ਕਰਦੇ ਹੋ। ਜਿਹੜੀ ਦਇਆ, ਸਨੇਹ, ਕਰੁਣਾ, ਇਹ ਸਾਰੀ ਚੀਜ਼ ਆ, ਇਹਦੇ ਵਿੱਚ ਬੰਦੇ ਦੇ ਅੰਦਰ ਧੀਰਜ ਵੀ ਆਵੇਗਾ, ਬੰਦੇ ਦੇ ਅੰਦਰ ਠਹਿਰਾਅ ਵੀ ਆਵੇਗਾ, ਤੇ ਫਿਰ ਅਗਲੇ ਪੜਾਅ ਦੇ ਵਿੱਚ ਉਹਨੂੰ ਚੈਨ, ਨੀਂਦ, ਸੁੱਖ ਸਭ ਕੁਝ ਮਿਲੇਗਾ। ਦੂਸਰੇ ਪੜਾਅ ਦੇ ਵਿੱਚ ਇਹਨੂੰ ਸਵਾਏ ਆਪਣੇ ਆਪ ਨੂੰ ਖਰਾਬ ਕਰਨ ਤੋਂ ਹੋਰ ਕੁਝ ਨਹੀਂ ਮਿਲੇਗਾ। ਗੁਰੂ ਮਹਾਰਾਜ ਕਹਿੰਦੇ ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ, ਤੇ ਇਹੀ ਹਰੀ ਦਾ ਬਸਨਾ ਆ, ਰੱਬ ਦਾ ਤੁਹਾਡੇ ਹਿਰਦੇ 'ਚ ਆ ਕੇ ਵਸ ਜਾਣਾ, ਭਾਵ ਸੁਖਦਾਤੇ ਦਾ ਵਸ ਜਾਣਾ, ਸੁੱਖਾਂ ਦਾ ਵਸ ਜਾਣਾ। ਜਿਹੜਾ ਬਾਕੀ ਰਹਿੰਦਾ ਸ਼ਬਦ ਆ, ਇਹਦੇ 'ਚ ਇਹਦੀ ਬੜੀ ਸੁਚੱਜੇ ਢੰਗ ਦੇ ਨਾਲ ਵਿਆਖਿਆ ਆ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਤੁਹਾਡੀ ਵੀਰ ਆ ਗਏ ਨੇ, ਅਗਲੀ ਸੇਵਾ ਉਹ ਕਰਨਗੇ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ ਸਮਾਪਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।